एक तो पीपल्स पार्टी का ਤੁਹਾਨੂੰ ਹੁਣ ਕੀ ਕਿਰਦਾਰ ਨਜ਼ਰ ਆ ਰਿਹਾ ਹੈ ਇਸ ਸਾਰੇ ਮਾਮਲੇ 'ਚ ਕਿਉਂਕਿ ਪੀਪल्स पार्टी ਦੀ ਕਿਆਦਤ ਦੀ ਤਹਿਰੀਕ ਇਨਸਾਫ ਨਾਲ ਮੁਲਾਕਾਤਾਂ ਵੀ ਹੋਈਆਂ ਨੇ ਔਰ ਸਭ ਤੋਂ ਵੱਡੀ ਗੱਲ ਕਿ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਜਿਹੜੇ ਕਿ ਤਹਿਰੀਕ ਇਨਸਾਫ ਕਾਫੀ ਅਰਸੇ ਤੋਂ ਕੋਸ਼ਿਸ਼ ਕਰ ਰਹੀ ਸੀਗੀ ਕਿ ਉਹਨਾਂ ਦੇ ਨਾਲ ਆਏ ਖੜੇ ਹੋਣ और कुछ तहफुजात सन ਹੁਣ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਵੀ ਉਧਰ ਆ ਚਲੇ ਗਏ ਨੇ ਔਰ ਇੱਕ ਗ੍ਰੈਂਡ ਅਪੋਜੀਸ਼ਨ ਅਲਾਈਅੰਸ ਜਿਹੜਾ ਹੈ ਉਹ ਬੰਦਾ ਦਿਖਾਈ ਦੇ ਰਿਹਾ ਹੈ ਤੁਸੀਂ ਕੀ ਵੇਖ ਰਹੇ ਹੋ ਮੁਸਤਕਬਲ ਦੇ ਵਿੱਚ ਸਿਆਸੀ ਜਿਹੜਾ ਹੈ ਸੂਰਤ ਹਾਲ ਨੂੰ ਅੱਛਾ ਰਜ਼ਵਾਨ ਸਾਹਿਬ ਇੱਕ ਤੇ ਜਿਹੜੀ ਤੁਸੀਂ ਜ਼ਰਦਾਰੀ ਸਾਹਿਬ ਦੇ ਹਵਾਲੇ ਨਾਲ ਗੱਲ ਕੀਤੀ ਹੈ ਮੈਂ ਸਮਝਦਾ ਕਿ ਇਸ ਵੇਲੇ ਵੀ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਜਦੋਂ ਸਿਆਸਤ ਦੇ ਅੰਦਰ ਕੋਈ ਐਕਟੀਵਿਟੀ ਹੁੰਦੀ ਹੈ ਔਰ ਸਿਆਸਤ ਜਿਹੜੀ ਹੈ ਉਹਦੇ ਵਿੱਚ ਸਾਡਾ ਜਿਹੜਾ ਮੰਜ਼ਰਨਾਮਾ ਹੈ ਕੌਮੀ ਮੰਜ਼ਰਨਾਮਾ ਹੈ ਸਿਆਸੀ ਮੰਜ਼ਰਨਾਮਾ ਉਹਦੇ ਵਿੱਚ ਜਦੋਂ ਵੀ ਕੋਈ ਤੇਜ਼ੀ ਆਉਂਦੀ ਹੈ ਜਾਂ ਜੋੜ ਤੋੜ ਦਾ ਅਮਲ ਜਿਹੜਾ ਉਹ ਸ਼ੁਰੂ ਹੁੰਦਾ ਹੈ ਅਤੇ ਉਹਦੇ ਵਿੱਚ ਸਦਰ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਤੋਂ ਵੱਡਾ ਕੋਈ ਸਿਆਸੀ ਖਿਲਾੜੀ ਨਜ਼ਰ ਨਹੀਂ ਆਉਂਦਾ ਕਿ ਉਹਨਾਂ ਤੋਂ ਜ਼ਿਆਦਾ ਕੋਈ ਜੋੜ ਤੋੜ ਦਾ ਮਾਹਰ ਹੋਏ ਔਰ ਉਹਨਾਂ ਦੇ ਅੰਦਰ ਇੱਕ ਕਪੈਸਿਟੀ ਹੈ ਖਾਸ ਤੌਰ 'ਤੇ ਜਦੋਂ ਸਿਆਸੀ ਅਮਲ ਜਾਰੀ ਹੁੰਦਾ ਹੈ ਅਤੇ ਉਹਦੇ ਵਿੱਚ ਆਪਣਾ ਰੋਲ ਪੈਦਾ ਕਰਨ ਦੀ ਜਿਹੜੀ ਹੈ ਉਹ ਸਲਾਹੀਅਤ ਜਿਹੜੀ ਹੈ ਉਹ ਸਦਰ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਦੇ ਅੰਦਰ ਮੌਜੂਦ ਹੈ ਔਰ ਜਿਹੜਾ ਮੌਜੂਦਾ ਢਾਂਚਾ ਹੈ ਸਿਆਸੀ ਢਾਂਚਾ ਹੈ ਜਿਹਦੇ ਇਸ ਢਾਂਚੇ ਦੇ ਮਗਰ ਵੀ ਜਿਹੜੀ ਹੈ ਉਹ ਜਿਹੜਾ ਮਾਈਂਡ ਸੈਟ ਸੀ ਉਹ ਉਹਨਾਂ ਦਾ ਹੀ ਤੁਹਾਨੂੰ ਯਾਦ ਹੈ ਕਿ ਸਦਰ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਅਤੇ ਪੀਪਲਸ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਖਾਸ ਤੌਰ 'ਤੇ ਲਾਹੌਰ ਆਏ ਜਦੋਂ ਇਮਰਾਨ ਖਾਨ ਦੀ ਹਕੂਮਤ ਦੇ ਆਖਰੀ ਅਯਾਮ ਸਨ ਅਤੇ ਇੱਥੇ ਆ ਕੇ ਉਹਨਾਂ ਮੁਸਲਿਮ ਲੀਗ ਨੂਨ ਦੀ ਕਿਆਦਤ ਨਾਲ ਮੁਲਾਕਾਤਾਂ ਕੀਤੀਆਂ ਔਰ ਉਹਨਾਂ ਨੂੰ ਆ ਕੇ ਪੇਸ਼ਕਸ਼ ਕੀਤੀ ਕਿ ਅਸੀਂ ਹੁਣ ਤਬਦੀਲੀ ਲਿਆਉਣ ਦੇ ਮਰਹਲੇ 'ਚ ਆ ਚੁੱਕੇ ਹਾਂ ਇਹ ਸਾਡੇ ਕੋਲ ਸਲਾਹੀਅਤ ਆ ਚੁੱਕੀ ਹੈ ਕਿ ਅਸੀਂ ਜਿਹੜਾ PTI ਦੀ ਜਿਹੜੀ ਹਕੂਮਤ ਹੈ ਉਹਨੂੰ ਬਦਲ ਸਕਦੇ ਹਾਂ ਅਤੇ ਨਾਲ ਹੀ ਉਹਨਾਂ ਜਿਹੜੀ ਹੈ ਵਜ਼ਾਰਤ ਉਜ਼ਮਾ ਦੀ ਜਿਹੜੀ ਆਫਰ ਸੀ ਪੇਸ਼ਕਸ਼ ਸੀ ਉਹ ਮੁਸਲਿਮ ਲੀਗ ਨੂਨ ਨੂੰ ਕੀਤੀ ਔਰ ख़ास तौर पर वज़ीर आज़म पाकिस्तान शहबाज शरीफ साहब ਨੂੰ ਕੀਤੀ ਜਦੋਂ PDM ਦਾ ਪਹਿਲਾ ਦੌਰ ਸੀ ਉਹ ਇਸੇ ਜੋੜ ਤੋੜ ਦੇ ਨਤੀਜੇ 'ਚ ਫਿਰ ਉਹ ਵਜ਼ੀਰ ਆਜ਼ਮ ਪਾਕਿਸਤਾਨ ਸ਼ਹਿਬਾਜ਼ ਸ਼ਰੀਫ ਸਾਹਿਬ ਬਣੇ ਲੇਕਿਨ ਮੈਂ ਤੁਹਾਨੂੰ ਇਹ ਗੱਲ ਦੱਸਾਂ ਉਸ ਵੇਲੇ ਵੀ ਮੁਸਲਿਮ ਲੀਗ ਨੂਨ ਦੇ ਅੰਦਰ ਕਈ ਲੋਕ ਐਸੇ ਹਨ ਉਹਨਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਲੇਕਿਨ ਸਦਰ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਜਿਹੜਾ ਉਹਨਾਂ ਨੂੰ ਇਹਦੇ 'ਤੇ ਯਕੀਨ ਸੀ ਕਿ ਹੁਣ ਅਸੀਂ ਇਹ ਤਬਦੀਲੀ ਕਰ ਲਾਂਗੇ ਔਰ ਤੁਹਾਨੂੰ ਪਤਾ ਹੈ ਕਿ ਉਸ ਵੇਲੇ ਇੱਕ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਰਾਚੀ ਤੋਂ ਲੈ ਕੇ ਇਸਲਾਮਾਬਾਦ ਤੱਕ ਮਹਿੰਗਾਈ ਦੇ ਖਿਲਾਫ ਇੱਕ ਲਾਂਗ ਮਾਰਚ ਵੀ ਕੀਤਾ ਸੀ ਔਰ ਇਹ ਲਾਂਗ ਮਾਰਚ ਜਿਹੜਾ ਇਹਦੇ ਇਖਤਤਾਮ ਹੋਣ ਤੋਂ ਕੁਛ ਦਿਨਾਂ ਬਾਅਦ ਜਿਹੜਾ ਉਹ ਆਵਾਮ ਦੇ ਅੰਦਰ ਤਬਦੀਲੀ ਦਾ ਅਮਲ ਜਿਹੜਾ ਉਹ ਸ਼ੁਰੂ ਹੋ ਗਿਆ ਸੀ ਹੁਣ ਵੀ ਮੈਂ ਸਮਝਦਾ ਕਿ ਇਸ ਵੇਲੇ ਜਿਹੜੀ ਸਿਆਸੀ ਅਮਲ ਜਿਹੜਾ ਕਿਸੇ ਹੱਦ ਤੱਕ ਮੈਂ ਸਮਝਦਾ ਉਹ ਮੈਨੂੰ ਤਾਂ ਇਹ ਮਹਦੂਦ ਪੈਮਾਨੇ 'ਤੇ ਲੱਗਦਾ ਉਹਦੇ ਵਿੱਚ ਸਿਆਸੀ ਜਮਾਤਾਂ ਦਾ ਕੁਛ ਰੋਲ ਜਿਹੜਾ ਵੱਧਦਾ ਹੋਇਆ ਨਜ਼ਰ ਆ ਰਿਹਾ ਔਰ ਉਹਦੇ ਵਿੱਚ ਲੱਗ ਰਿਹਾ ਹੈ ਕਿ ਜਦੋਂ ਸਿਆਸੀ ਜਮਾਤਾਂ ਦਾ ਰੋਲ ਵੱਧ ਰਿਹਾ ਸਿਆਸੀ ਮੰਜ਼ਰਨਾਮੇ 'ਚ ਅਤੇ ਉਹਦੇ 'ਚ ਆਪੋਜੀਸ਼ਨ 'ਚ ਵੀ ਲੱਗਦਾ ਹੈ ਕਿ ਆਪੋਜੀਸ਼ਨ ਵੀ ਇੱਕ ਮੁਤਹਰਕ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਖਾਸ ਤੌਰ 'ਤੇ ਤੁਸੀਂ ਇਹ ਦੇਖੋ ਕਿ ਪਾਕਿਸਤਾਨ ਦੀਆਂ ਜਿੰਨੀਆਂ ਵੀ ਮਜ਼ਹਬੀ ਜਮਾਤਾਂ ਨੇ ਉਹਨਾਂ ਮਜ਼ਹਬੀ ਜਮਾਤਾਂ ਦੇ ਵਿੱਚ ਸਭ ਤੋਂ ਜਿਹੜਾ ਸਿਆਸੀ ਤੌਰ 'ਤੇ ਜਿਹੜੀਆਂ ਸਲਾਹੀਅਤਾਂ ਰੱਖਦਾ ਉਹ ਮੌਲਾਨਾ ਫਜ਼ਲੁਰ ਰਹਿਮਾਨ ਰੱਖਦਾ ਔਰ ਮੌਲਾਨਾ ਫਜ਼ਲੁਰ ਰਹਿਮਾਨ ਜਿਹੜਾ ਉਹ ਇੱਕ ਬੜੇ ਲੰਬੇ ਤਵੀਲ ਸਿਆਸੀ ਅਮਲ ਦੇ ਜ਼ਰੀਏ ਅੱਗੇ ਆਏ ਨੇ ਉਹਨਾਂ ਬੜੀਆਂ ਤਹਿਰੀਕਾਂ ਉਹਨਾਂ 'ਤੇ MRD ਦੀ ਜਿਹੜੀ ਤਹਿਰੀਕ ਸੀ ਕਿੱਡੀ ਵੱਡੀ ਤਹਿਰੀਕ ਸੀ ਉਹਦੇ ਵਿੱਚ ਵੀ ਸਾਨੂੰ ਮੌਲਾਨਾ ਫਜ਼ਲੁਰ ਰਹਿਮਾਨ ਸਫੇ ਅਵਲ ਦੇ ਵਿੱਚ ਨਜ਼ਰ ਆਉਂਦੇ ਰਹੇ ਔਰ ਸਿਆਸਤ ਨੂੰ ਸਮਝਦੇ ਨੇ ਔਰ ਮੈਂ ਸਮਝਦਾ ਕਿ ਮੌਲਾਨਾ ਫਜ਼ਲੁਰ ਰਹਿਮਾਨ ਦਾ ਆਪੋਜੀਸ਼ਨ ਦੀਆਂ ਸਫਾਂ ਦੇ ਵਿੱਚ ਜਾ ਕੇ ਸ਼ਾਮਲ ਹੋਣਾ ਉਹਨਾਂ ਦੇ ਵਿੱਚ ਬੈਠਣਾ ਔਰ ਪਾਰਲੀਮੈਂਟ ਦੇ ਅੰਦਰ ਖਾਸ ਤੌਰ 'ਤੇ ਪਹਿਲੇ ਮਰਹਲੇ ਦੇ ਵਿੱਚ ਜਦੋਂ ਇਤਿਹਾਦ ਬਣਦੇ ਨੇ ਸਿਆਸੀ ਇਤਿਹਾਦ ਬਣਦੇ ਨੇ ਤਾਂ ਸਭ ਤੋਂ ਪਹਿਲੇ ਪਾਰਲੀਮੈਂਟ ਦੇ ਅੰਦਰ ਹੀ ਜਮਾਤਾਂ ਆਪਸ 'ਚ ਮੁਫਾਹਮਤ ਕਰਦੀਆਂ ਨੇ ਅਤੇ ਆਪਸ 'ਚ ਇੱਕ ਦੂਜੇ ਦੇ ਨਾਲ ਤਾਮਨ ਕਰਦੀਆਂ ਨੇ ਔਰ ਪੀਪਲਸ ਪਾਰਟੀ ਜਿਹੜੀ ਹੈ ਉਹ ਤਾਂ ਅਜੇ ਵੀ ਇਤਿਹਾਦੀ ਨੂਨ ਲੀਗ ਦੀ ਹਕੂਮਤ ਦੀ ਇਤਿਹਾਦੀ ਹੈ ਅਜੇ ਵੀ ਕਦਮ ਜਿਹੜਾ ਪੀਪਲਸ ਪਾਰਟੀ ਜਿਹੜੀ ਹੈ ਫੂਕ ਕੇ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਬੜੀ ਕੋਈ ਜ਼ਿਆਦਾ ਤੇਜ਼ ਰਫ਼ਤਾਰੀ ਨਾਲ ਨਹੀਂ ਚੱਲ ਰਹੀ ਲੇਕਿਨ ਜਿੰਨੀ ਉਹਨਾਂ ਨੂੰ ਸਪੇਸ ਮਿਲ ਰਹੀ ਹੈ ਉਹ ਸਪੇਸ ਦੇ ਵਿੱਚ ਉਹ ਆਪਣਾ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਸਾਨੂੰ ਅੱਛਾ ਸਾਹਿਬ ਤੁਸੀਂ ਮਾਸ਼ਾਅੱਲਾ ਬਹੁਤ ਜ਼ਿਆਦਾ ਹਲਕਿਆਂ 'ਚ ਤੁਹਾਡਾ ਉੱਠਣਾ ਬੈਠਣਾ ਤਾਕਤਵਰ ਸ਼ਖਸੀਅਤ ਦੇ ਨਾਲ ਵੀ ਰਾਬਤੇ ਰਹਿੰਦੇ ਨੇ ਤੁਹਾਡੇ ਇਸ ਟਾਈਮ ਪਾਕਿਸਤਾਨ ਦਾ ਹਰ ਬੰਦਾ ਨਾ 2-3 ਕਹਿੰਦੇ ਨਾ ਘੁੰਮਣ ਘੇਰਿਆਂ 'ਚ ਪਿਆ ਹੋਇਆ ਹੈ ਇੱਕ ਤਾਂ ਇਹ ਕਿਆ ਵਾਕਈ ਹੀ
ਕੋਈ ਨਾ ਕੋਈ ਭਾਵੇਂ ਬਰੀਕ ਜਿਹੀ ਸਹੀ, ਲੇਕਿਨ ਜਿਹੜਾ ਇੱਕ ਪੇਜ ਹੈ ਹਾਈਬ੍ਰਿਡ ਸਿਸਟਮ ਦਾ, ਉਹਦੇ ਕਿਤੇ ਤਰੇੜ ਆ ਗਈ ਹੈ। ਔਰ ਦੂਸਰਾ ਸਵਾਲ, ਜਿਹੜੀ ਬਹਿਸ ਚੱਲ ਰਹੀ ਕਿ ਜਿਹੜਾ ਹੁਣ ਇਹ ਗ੍ਰੈਂਡ ਅਪੋਜੀਸ਼ਨ ਅਲਾਇੰਸ ਬਣ ਰਿਹਾ ਹੈ ਆਹਿਸਤਾ ਆਹਿਸਤਾ, क्या आने वाले वक्त क्या ਅਸੀਂ ਫਿਰ ਕੋਈ ਤਹਿਰੀਕੇ ਅਦਮ ਇਤਮਾਦ ਵੇਖ ਸਕਦੇ ਹਾਂ? ਅੱਛਾ ਰਿਜ਼ਵਾਨ ਸਾਹਿਬ, ਜਿਹੜਾ ਤਹਿਰੀਕੇ ਅਦਮ ਇਤਮਾਦ ਦਾ ਮਾਮਲਾ ਹੈ, ਇਹ ਤਹਿਰੀਕੇ ਅਦਮ ਇਤਮਾਦ ਜਿਹੜਾ ਹੈ, ਇਹ ਆਖਰੀ ਮਰਹਲਾ ਜਿਹੜਾ ਹੈ ਉਹ ਸਿਆਸਤ ਦੇ ਵਿੱਚ, ਸਿਆਸੀ ਅਮਲ ਦੇ ਵਿੱਚ ਆਪੋਜੀਸ਼ਨ ਜਮਾਤਾਂ ਦਾ ਹਕੂਮਤ ਦੇ ਖਿਲਾਫ ਹੁੰਦਾ ਹੈ। ਉਸ ਅਮਲ ਤੱਕ ਪਹੁੰਚਣ ਵਾਸਤੇ ਵੀ ਕਈ ਮਰਾਹਲ ਜਿਹੜੇ ਨੇ ਉਹ ਪਹਿਲੇ ਤੈਅ ਕਰਨੇ ਪੈਂਦੇ ਨੇ, ਔਰ ਜਿਹੜੀ ਫਜ਼ਾ ਹੈ ਉਹਨੂੰ ਸਾਜ਼ਗਾਰ ਬਣਾਉਣਾ ਪੈਂਦਾ ਹੈ। ਔਰ ਫਿਰ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਹੁਣ ਵੀ ਕਿਧਰੇ ਇੱਕ ਪੇਜ ਜਿਹੜਾ ਸੀ, ਉਹ ਪੇਜ ਦਾ ਉੱਤੇ ਕਿਧਰੇ ਕੋਈ ਤਰੇੜ ਆ ਗਈ ਹੈ, ਆਈ ਹੈ ਕਿ ਨਹੀਂ ਆਈ। ਔਰ ਇਹ ਜਦੋਂ ਪੇਜ ਤੇ ਤਰੇੜਾਂ ਆਉਂਦੀਆਂ ਜੇ, ਇਹ ਉਦੋਂ ਹੀ ਤਬਦੀਲੀਆਂ ਆਉਂਦੀਆਂ ਨੇ ਇਸ ਮੁਲਕ 'ਚ, ਇਹ ਉਦੋਂ ਹੀ ਅਦਮ ਇਤਮਾਦ ਹੁੰਦੀਆਂ ਨੇ, ਤੇ ਉਦੋਂ ਹੀ ਅਦਮ ਇਤਮਾਦ ਜਿਹੜੀਆਂ ਨੇ ਉਹ ਫਿਰ ਤੁਸੀਂ ਦੇਖਿਆ ਕਿ ਕਾਮਯਾਬ ਵੀ ਹੁੰਦੀਆਂ ਨੇ। ਔਰ ਤੁਸੀਂ ਇਹ ਦੇਖੋ ਕਿ ਅਗਰ ਤਰੇੜ ਨਾ ਆਈ ਹੋਏ, ਅਗਰ ਪਾਰਟੀ ਦੇ ਅੰਦਰ ਤਰੇੜ ਵੀ ਨਾ ਆਈ ਹੋਏ, ਤੇ ਫਿਰ 1988 ਦੀ ਜਿਹੜੀ ਹਕੂਮਤ ਸੀ ਪੀਪਲਸ ਪਾਰਟੀ ਦੀ ਮੁਹਤਰਮਾ ਬੇਨਜ਼ੀਰ ਭੁੱਟੋ ਦੀ, ਉਸ ਹਕੂਮਤ ਦੇ ਖਿਲਾਫ ਜਿਹੜੀ ਉਸ ਵੇਲੇ ਦੀ ਐਸਟੈਬਲਿਸ਼ਮੈਂਟ ਸੀ, ਉਹਨੇ ਮਿਲ ਕੇ ਉਸ ਵੇਲੇ ਦੀਆਂ ਜਿਹੜੀਆਂ ਹੁਕਮਰਾਨ ਜਮਾਤ ਸੀ, ਜਿਹੜੀ ਪੰਜਾਬ ਦੀ ਹੁਕਮਰਾਨ ਜਮਾਤ ਸੀ, ਔਰ ਜਿਹੜੀ ਉਹ ਐਸਟੈਬਲਿਸ਼ਮੈਂਟ ਦਾ IGI ਦੀ ਸ਼ਕਲ 'ਚ ਇਲੈਕਸ਼ਨ ਦੇ ਜ਼ਰੀਏ ਜਿਹੜੀ ਉਹ ਵਜੂਦ 'ਚ ਆਈ ਸੀ, ਉਹ ਜਿਹੜੀ ਐਸਟੈਬਲਿਸ਼ਮੈਂਟ ਦੀ ਸਪਾਂਸਰਡ, ਉਸ ਵੇਲੇ ਦੀ ਮੈਂ ਐਸਟੈਬਲਿਸ਼ਮੈਂਟ ਦੀ ਗੱਲ ਕਰ ਰਿਹਾ, ਸਪਾਂਸਰਡ ਜਿਹੜੀ ਤਹਿਰੀਕ ਸੀ, ਉਹ ਮੁਹਤਰਮਾ ਬੇਨਜ਼ੀਰ ਭੁੱਟੋ ਦੀ ਜਿਹੜੀ ਬੜੀ ਕਮਜ਼ੋਰ ਹੁਕੂਮਤ ਸੀ, ਉਹਦੇ 'ਚ ਵੀ ਉਹਦੇ ਖਿਲਾਫ ਅਦਮ ਇਤਮਾਦ ਦੀ ਤਹਿਰੀਕ ਨਾਕਾਮ ਹੋ ਗਈ। ਚੌਧਰੀ ਸਾਹਿਬ, ਉਸ ਵੇਲੇ ਬੀਬੀ ਜਿਹੜੀ ਹੈ, ਜ਼ਾਹਰੀ ਗੱਲ ਉਹ ਜ਼ੁਲਫਕਾਰ ਭੁੱਟੋ ਸ਼ਹੀਦ ਦੀ ਧੀ ਸੀ, ਸਿਆਸਤ ਜਿਹੜੀ ਸੀ ਉਹ ਕਹਿੰਦੇ ਨੇ ਕਿ ਘਰੋਂ ਹੀ ਲੈ ਕੇ ਆਏ ਸਨ। ਔਰ ਬਿਲਾਵਲ ਦਾ ਵੀ ਇਹੀ ਹੈ ਕਿ ਉਹਦਾ ਨਾਨਾ ਐਡਾ ਵੱਡਾ ਸਿਆਸਤਦਾਨ, ਉਹਦੀ ਮਾਂ, ਉਹਦਾ ਬਾਪ ਮੁਫਾਹਮਤ ਦਾ ਬਾਦਸ਼ਾਹ। ਅੱਛਾ ਕਾਇਰਾ ਸਾਹਿਬ, ਇਹ ਦੱਸੋ ਕਿ ਹੁਣ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਲੱਗਦਾ ਪਿਆ ਹੈ ਕਿ ਕੋਈ ਨਾ ਕੋਈ ਪਰਦੇ ਦੇ ਪਿੱਛੇ ਜਿਹੜਾ ਹੈ ਨਾਰਾਜ਼ਗੀਆਂ ਵੀ ਜਨਮ ਲੈ ਚੁੱਕੀਆਂ ਹੋਈਆਂ ਨੇ, ਔਰ ਅਪੋਜੀਸ਼ਨ ਜਿਹੜੀ ਇਕੱਠੀ ਹੋ ਰਹੀ ਹੈ ਉਹਦਾ ਵੀ ਵਜ੍ਹਾ ਇਹੀ ਹੈ ਕਿ ਸ਼ਾਇਦ ਸਬਰ ਜਿਹੜਾ ਹੈ ਨਾ ਉਹਦਾ ਪੈਮਾਨਾ ਲਬਰੇਜ਼ ਹੋ ਗਿਆ ਹੈ। ਕਿੰਨੀ ਦੇਰ ਅਪੋਜੀਸ਼ਨ ਜਿਹੜੀ ਹੈ ਉਹ ਕੰਨ ਨਾਲ ਲੱਗੀ ਰਹੇਗੀ, ਕਦੀ ਨਾ ਕਦੀ ਤਾਂ ਅਪੋਜੀਸ਼ਨ ਨੇ ਰਿਐਕਸ਼ਨ ਦੇਣਾ ਹੈ ਨਾ। ਤੁਸੀਂ ਬਤੌਰ ਸਿਆਸਤਦਾਨ ਕੀ ਸਮਝ ਰਹੇ ਹੋ ਕਿ ਕਿਆ ਪਾਕਿਸਤਾਨ ਦਾ ਸਿਆਸੀ ਮੰਜ਼ਰਨਾਮਾ ਉਹਦੀ ਤਬਦੀਲੀ ਦਾ ਆਗਾਜ਼ ਹੋ ਚੁੱਕਿਆ ਹੈ? देखो जी, पहली दी गल है सियासत दे पॉसिबिलिटीज बहुत होंदियां ने। ਤੁਹਾਨੂੰ नहीं पता किस टाइम केड़ी जमात दा अलायंस हो जाए, केड़ी जमात दा अलायंस टूट जाए। अगर मैं खालिद क्यूम साहब दी गल ਨੂੰ कंटिन्यू करा या ਤੁਹਾਡੇ सवाल ਨੂੰ जरा थोड़ा ਜਿਹਾ एलैबोरेट करके एक्सप्लेन करा। देखो पाकिस्तान पीपल्स पार्टी जिस टाइम अलायंस ਵਿੱਚ ਗਈ, ਅਸੀਂ हुकूमत ਨੂੰ सपोर्ट ਕੀਤਾ ਸੀ, डे 1 ਆਪਣੇ ਕਸੂਲੀ ਮੌਕਫ ਇਖਤਿਆਰ ਕੀਤਾ ਕਿ ਜੀ ਨਾ ਅਸੀਂ ਕੈਬਨਿਟ ਮੈਂਬਰ ਬਣਾਂਗੇ, ਨਾ ਕੁਝ ਹੋਰ ਲਵਾਂਗੇ, ਤੁਸੀਂ ਹੁਕੂਮਤ ਖਰਾਬ ਕਰੋ ਤੇ ਵੇਖਿਆ ਕਿੰਨਾ ਅੱਛਾ। ਕਿਉਂਕਿ ਪਿਛਲੀ ਵਾਰੀ ਜੋ ਵੀ ਨੂੰ ਦੀ ਨੈਰੇਟਿਵ ਦਿੰਦੀ ਹੈ, ਕਹਿੰਦੀ ਹੈ ਕਿ ਜੀ PDM ਜੀ ਜਮਾਤਾਂ ਬਹੁਤ ਜ਼ਿਆਦਾ ਹੀ ਅਸੀਂ ਡਿਲੀਵਰ ਨਹੀਂ ਕਰ ਸਕੇ, ਨੰਬਰ 1। ਲੇਕਿਨ ਜਿਸ ਟਾਈਮ ਸਾਡਾ ਉਹ ਮੁਆਹਦਾ ਹੋਇਆ, ਜਿਸ ਟਾਈਮ ਪ੍ਰੈਜ਼ੀਡੈਂਟ ਆਸਿਫ ਅਲੀ ਜ਼ਰਦਾਰੀ ਸਾਹਿਬ, ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਸਾਹਿਬ ਨੇ ਬਹਿ ਕੇ ਇਲੈਕਸ਼ਨਸ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈ, ਕੁਝ ਮੁਆਹਦੇ ਤੈਅ ਹੋਏ, ਕੁਝ ਪੁਆਇੰਟਸ ਤੈਅ ਹੋਏ। ਅੱਜ ਤੱਕ ਪੀਪਲਸ ਪਾਰਟੀ ਦਾ ਜਿਹੜਾ ਸਭ ਤੋਂ ਵੱਡਾ ਗ੍ਰੀਵੈਂਸ ਰਿਹਾ ਉਹ ਰਿਹਾ ਹੈ ਕਿ ਜੀ ਸਾਡੇ ਉਹ ਪੁਆਇੰਟਸ ਦੇ ਉੱਤੇ ਅਮਲ ਨਹੀਂ ਕੀਤਾ ਗਿਆ, ਨਾ ਉਹਨਾਂ ਦੇ ਉੱਤੇ ਕੋਈ ਪੇਸ਼ਰਫਤ ਨਜ਼ਰ ਆ ਰਹੀ, ਖੁਸੂਸਨ ਪੰਜਾਬ ਦੇ ਮਾਮਲਾਤ ਵਿੱਚ ਸਾਨੂੰ ਅਕੋਮੋਡੇਟ ਨਹੀਂ ਕੀਤਾ ਜਾ ਰਿਹਾ। ਦੂਜਾ ਜਿਹੜਾ ਸਭ ਤੋਂ ਵੱਡਾ ਜਿੱਥੋਂ ਆ ਕੇ ਸਾਡਾ ਸਬਰ ਦਾ ਪੈਮਾਨਾ ਆ ਕੇ ਲਬਰੇਜ਼ ਹੋ ਰਿਹਾ, ਉਹ ਆਇਆ ਗਿਲਗਿਤ ਬਲਤਿਸਤਾਨ ਦੇ ਇਲੈਕਸ਼ਨਸ ਤੋਂ ਸਟਾਰਟ ਹੋਇਆ ਤੇ ਕਸ਼ਮੀਰ ਦੇ ਇਲੈਕਸ਼ਨ ਵਿੱਚ ਜਾਣਿਆ। ਸਭ ਤੋਂ ਪਹਿਲੇ ਗਿਲਗਿਤ ਬਲਤਿਸਤਾਨ ਦੇ ਇਲੈਕਸ਼ਨ ਵਿੱਚ ਸਾਡੀ 2 ਸੀਟਸ ਐਸੀਆਂ ਨੇ ਜਿਹਦੇ ਉੱਤੇ ਅੱਜ ਵੀ ਫੈਸਲਾ ਨਹੀਂ ਆ ਰਿਹਾ। ਅਸੀਂ ਉਹਨਾਂ ਨੂੰ ਕੋਰਟ ਵਿੱਚ ਚੈਲੰਜ ਵੀ ਕੀਤਾ, ਵੀ ਆਰ ਅਵੇਟਿੰਗ ਦੇ ਰਿਜ਼ਲਟਸ, ਆਲਦੋ ਗਵਰਨਮੈਂਟ ਬਣ ਗਈ ਹੈ, ਬਟ ਸਾਡੇ ਹੱਥ ਉੱਥੇ ਕਮਜ਼ੋਰ ਕੀਤੇ। ਇਸੇ ਤਰ੍ਹਾਂ ਅਸੀਂ ਆ ਗਏ ਇਲੈਕਸ਼ਨ ਵਿੱਚ ਕਸ਼ਮੀਰ ਵਿੱਚ ਗਰਾਊਂਡ ਰਿਐਲਿਟੀ ਆਈ ਕਿ ਨੂਨ ਲੀਗ ਦੀ ਪ੍ਰੈਜ਼ੈਂਸ ਨਹੀਂ ਆਈ, ਨੂਨ ਲੀਗ ਇੰਤਹਾਈ ਗੈਰ ਮਕਬੂਲ ਆਈ, ਉੱਥੇ ਦੇ ਉੱਤੇ ਇਵਨ ਇਲੈਕਸ਼ਨ ਕਰਾਉਣ ਦੇ ਹੱਕ ਵਿੱਚ ਵੀ ਨਹੀਂ ਆਏ। ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਪਹਿਲੇ ਕੌਮੀ ਲੀਡਰ ਹੈ ਜਿਨ੍ਹਾਂ ਨੇ ਉੱਥੇ ਜਾ ਕੇ ਕੈਂਪੇਨ ਕੀਤੀ, ਆਗਾਜ਼ ਕੀਤਾ। ਇਹਨਾਂ ਨੂੰ ਵੇਖ ਕੇ ਦੂਜੀ ਜਮਾਤਾਂ ਉੱਥੇ ਜਾਣਾ ਸ਼ੁਰੂ ਹੋ ਗਈਆਂ। ਫਿਰ ਖੁਸੂਸਨ ਸਾਨੂੰ ਹਰਾਨ ਵਾਸਤੇ ਮਰਲਾਵਾਰ ਇਲੈਕਸ਼ਨ ਹੋਏ। ਮੀਰਪੁਰ ਡਿਵੀਜ਼ਨ ਵਿੱਚ ਸਾਡੀ 4 ਸੀਟਾਂ, ਮੁਜ਼ੱਫਰਾਬਾਦ ਡਿਵੀਜ਼ਨ ਵਿੱਚ ਸਾਡੀ 3 ਸੀਟਾਂ, 7 ਸੀਟਾਂ ਤੇ ਅਲਨ ਅਲਾਨਾ ਲੈ ਕੇ ਟੁਰ ਗਏ। ਫਿਰ ਉਸ ਤੋਂ ਬਾਅਦ ਦੇਖੋ ਜਦੋਂ ਇਤਿਹਾਦ ਹੁੰਦਾ, ਸਪੋਰਟ ਹੁੰਦੀ ਹੈ, ਅਗਰ ਹਕੂਮਤ ਕੋਈ ਜਮਾਤ ਕਰ ਰਹੀ ਹੋਵੇ, ਬੇਸ਼ੱਕ ਕੈਬਨਿਟ ਮੈਂਬਰ ਨਾ ਹੋਵੇ, ਉਹਨੂੰ ਫਿਰ ਤਰੀਕੇਕਾਰ ਨਾਲ ਚੱਲਣਾ ਵੀ ਪੈਂਦਾ। ਜਿਹੜਾ ਤਰੀਕਾਕਾਰ ਨੂਨ ਲੀਗ ਨੇ ਇਖਤਿਆਰ ਕਰ ਲਿਆ, ਉਸ ਤਰੀਕੇਕਾਰ ਦਾ ਰਿਜ਼ਲਟ ਇਹ ਨਿਕਲਦਾ ਕਿ ਤੁਸੀਂ ਕੋਆਪਰੇਸ਼ਨ ਕੰਟੀਨਿਊ ਨਹੀਂ ਕਰ ਸਕਦੀ। ਫਿਰ ਉਸ ਤੋਂ ਬਾਅਦ ਬੀਬੀ ਮਰੀਮ ਨਵਾਜ਼ ਜਿਸ ਤਰ੍ਹਾਂ ਸਟੇਟਮੈਂਟਸ ਦੇਈ ਜਾ ਰਹੇ ਨੇ, ਉੱਥੇ ਕਲੀਅਰਲੀ ਸ਼ੋ ਕਰਦਾ ਹੈ ਕਿ ਸਾਡੇ ਨਾਲ ਚੱਲਣਾ ਨਹੀਂ ਚਾਹ।
ਜਦੋਂ ਉਹ ਨਹੀਂ ਚੱਲਣਾ ਚਾਹ ਰਹੇ, ਸਾਡੇ ਨਾਲ ਜ਼ਿਆਦਤੀ ਵੀ ਕਰ ਰਹੇ ਨੇ, ਸਾਨੂੰ ਸਾਡੇ ਮੁਆਹਦੇ ਦੇ ਤਹਿਤ ਜਿਹੜੀ ਗੱਲਾਂ ਅਸੀਂ ਐਗਰੀ ਕੀਤੀਆਂ ਆਦੀ ਉਸ ਉਹਦੇ ਤੇ ਨਹੀਂ ਚੱਲ ਰਹੇ, ਤੇ ਫਿਰ ਅਸੀਂ ਆਪਣਾ ਫੈਸਲਾ ਤੇ ਕਰਨਾ ਹੈ। ਤੇ ਰਹੀ ਗੱਲ ਆਸਿਫ ਅਲੀ ਜ਼ਰਦਾਰੀ ਸਾਹਿਬ ਦੀ, ਤੇ ਜ਼ਰਦਾਰੀ ਸਾਹਿਬ ਦੀ ਸਿਆਸਤ ਅੱਜ ਤੱਕ ਸਟੇਟਮੈਂਟਸ ਵਾਲੀ ਵਾਲੀ ਸਿਆਸਤ ਨਹੀਂ। ਅਸੀਂ ਪੰਜਾਬ ਵਿੱਚ ਪਸੰਦ ਕਰਨੇ ਆ ਇਸ ਤਰ੍ਹਾਂ ਦੀ ਸਿਆਸਤ, ਇਸ ਤਰ੍ਹਾਂ ਦੇ ਬੰਦੇ ਨੂੰ ਵੀ ਪਸੰਦ ਕਰਨਾ ਜਿਹੜਾ ਸਟੇਟਮੈਂਟ ਦੇਵੇ, ਬਹੁਤ ਐਗਰੈਸਿਵ ਹੋ ਕੇ ਆਪਣੇ ਆਪ ਨੂੰ ਸ਼ੋਅ ਕਰੇ। ਬਟ ਜ਼ਰਦਾਰੀ ਸਾਹਿਬ ਪਾਸੇ ਪਰਦਾ ਆਪਣਾ ਕੰਮ ਕਰਦੇ ਨੇ, ਉਹ ਸਿਆਸਤ ਕਰਦੇ ਨੇ, ਉਹ ਸਿਆਸਤ ਦੇ ਮਾਹਿਰ ਨੇ, ਉਹ ਐਂਡ ਤੇ ਰਿਜ਼ਲਟ ਲੈ ਕੇ ਨਿਕਲਦੇ ਨੇ। ਸਾਰਿਦ ਕਯੂਮ ਸਾਹਿਬ ਨੇ ਗੱਲ ਕੀਤੀ ਬੀਬੀ ਸ਼ਹੀਦੀ ਨੂੰ ਵੋਟ ਆਫ ਨੋ ਕੌਨਫੀਡੈਂਸ ਵਿੱਚ, ਇਹ ਵੀ ਤਾਰੀਖ ਦਾ ਇੱਕ ਹਿੱਸਾ ਹੈ ਕਿ ਉਸ ਵੋਟ ਆਫ ਨੋ ਕੌਨਫੀਡੈਂਸ ਨੂੰ ਨਾਕਾਮ ਕਰਨ ਵਿੱਚ ਸਭ ਤੋਂ ਵੱਡਾ ਰੋਲ ਅਗਰ ਕਿਸੇ ਬੰਦੇ ਦਾ ਆਇਆ ਤੇ ਪਾਰਟੀ ਨੂੰ ਮੁਤਹਰਕ ਕਰਨ ਦਾ ਆਇਆ, ਉਹ ਆਸਿਫ ਅਲੀ ਜ਼ਰਦਾਰੀ ਸਾਹਿਬ ਦਾ ਹੈ। ਇਸੇ ਤਰ੍ਹਾਂ ਜਦੋਂ ਖਾਨ ਸਾਹਿਬ ਦੇ ਖਿਲਾਫ ਵੋਟ ਆਫ ਨੋ ਕੌਨਫੀਡੈਂਸ ਕਾਮਯਾਬ ਹੋਈ, ਜ਼ਰਦਾਰੀ ਸਾਹਿਬ ਨੇ ਵੱਡੀ ਵੱਡੀ ਸਟੇਟਮੈਂਟਸ ਨਹੀਂ ਦਿੱਤੀ, ਉਹਨਾਂ ਨੇ ਆਖਿਆ ਨਾਓ ਟਾਈਮ ਟੂ ਗੋ, ਉਸ ਤੋਂ ਬਾਅਦ ਉਹਨਾਂ ਨੇ ਸਾਬਤ ਕੀਤਾ। तो अगर ग्रैंड डेमोक्रेटिक अलायंस बन जाता है या किसी तरीके नाल सारी ओपोजिशन दी जमातां इकट्ठियां हो जांदियां ने, ਇਹਦੇ ਨਾਲ ਯਕੀਨਨ ਹਕੂਮਤ ਦੇ ਉੱਤੇ ਵੇਟੇਜ ਵੀ ਬਣੇਗਾ, ਉਹਦੇ ਉੱਤੇ ਪ੍ਰੈਸ਼ਰ ਵੀ ਆਏਗਾ, ਉਹਨਾਂ ਨੂੰ ਸਾਡੀ ਗੱਲ ਸੁਣਨੀ ਵੀ ਪਵੇਗੀ ਤੇ तमाम ਆਪੋਜੀਸ਼ਨ ਦੀ ਜਮਾਤਾਂ ਨੂੰ ਸੁਣਨੀ ਵੀ ਪੜੇਗੀ। ਹੁਣ ਦੇਖੋ ਨਾ ਪੋਜੀਸ਼ਨ ਇਹ ਬਣ ਗਈ ਹੈ ਕਿ ਨੂਨ ਲੀਗ ਵਾਲਾ ਐਲਾਨ ਕਹਿੰਦੀ ਫਿਰਦੀ ਹੈ ਕਿ ਪੀਪਲਸ ਪਾਰਟੀ ਹੋਵੇ ਨਾ ਹੋਵੇ ਸਾਨੂੰ ਫਰਕ ਨਹੀਂ ਪੈਂਦਾ, ਲੇਕਿਨ ਅਸੀਂ ਅੱਜ ਵੀ ਕਲੇਮ ਕਰਨਾ ਹੈ ਕਿ ਵਿਨਿੰਗ ਸਟਿਕਸ ਸਾਡੇ ਕੋਲ ਹੈ। ਤੇ ਜ਼ਰਦਾਰੀ ਸਾਹਿਬ ਦੇ ਹੋਰ ਵੀ ਮੈਂ ਇੱਕ ਪੁਆਇੰਟ ਐਡ ਕਰਦੇ ਹਾਂ, ਖਾਲਿਦ ਸਾਹਿਬ ਜ਼ਰਦਾਰੀ ਸਾਹਿਬ ਸਟੇਟਮੈਂਟ ਦੇ ਵੀ ਨਹੀਂ ਸਕਦੇ, ਉਹਦੀ ਵਜ੍ਹਾ ਹੈ ਕਿ ਹੀ ਇਜ਼ ਦ ਸਟੇਟ ਹੈਡ, ਸਦਰੇ ਪਾਕਿਸਤਾਨ ਦੀ ਵੀ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਉਨੀ ਹੀ ਹੈ। ਔਰ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਜਾਂ ਉਹਨਾਂ ਦੇ ਬੇਟੇ ਨੇ, ਉਹ ਜੋ ਵੀ ਸਟੇਟਮੈਂਟ ਦਿੰਦੇ ਨੇ ਪੀਪਲਸ ਪਾਰਟੀ ਦਿੰਦੀ ਹੈ, ਸਾਡਾ ਇੱਕ ਮੈਕੈਨਿਜ਼ਮ, ਅਸੀਂ ਸੀਏਸੀ ਵਿੱਚ ਮੀਟਿੰਗ ਹੁੰਦੀ ਹੈ, ਸਾਡੀ ਮੀਟਿੰਗ ਤੋਂ ਬਾਅਦ ਅਸੀਂ ਆਪਣਾ ਨੈਰੇਟਿਵ ਦਿੰਦੇ ਹਾਂ ਤੇ ਨਜ਼ਰ ਆ ਰਿਹਾ ਹੈ ਕਿ ਜੀ ਹਾਲਾਤ ਚੇਂਜ ਹੋ ਰਹੇ ਨੇ ਤੇ ਦਾਲ ਵਿੱਚ ਕਾਲਾ ਜ਼ਰੂਰ ਹੈ। ਜਿਸ ਤਰ੍ਹਾਂ ਦੀ ਕਦੇ ਸਿਸਟਮ ਕਲੈਪ ਦੀ ਅਸੀਂ ਗੱਲ ਸੁਣਨੇ ਆ, ਕਦੇ ਅਸੀਂ ਸੁਣਨੇ ਆ ਕਿ ਆਰਡਰ ਹੋ ਗਿਆ ਸੁਪਰੀਮ ਕੋਰਟ, ਫਿਰ ਅਸੀਂ ਵੇਖਦੇ ਹਾਂ ਹਕੂਮਤ ਵੀ ਚਾਲ ਚੱਲ ਰਹੀ ਤੇ ਦਾਲ ਵਿੱਚ ਕੁਝ ਕਾਲਾ ਤੇ ਜ਼ਰੂਰ ਹੈ। ਤੇ ਇਹ ਬੋਡੀ ਲੈਂਗੁਏਜ ਹਕੂਮਤੀ ਮਸ਼ੀਨਰੀ ਦੀ, ਹਕੂਮਤੀ ਗੁਜ਼ਰਾ ਦੀ ਸ਼ੋਅ ਕਰ ਰਹੀ ਹੈ ਕਿ ਜੀ ਯਕੀਨਨ ਆਲ ਇਜ਼ ਨਾਟ ਗੁੱਡ। ਅੱਛਾ ਕਹਿ ਸਾਹਿਬ, ਇਹ ਦੱਸੋ ਕਿ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੇ ਵੀ ਬਾਕੀ ਪੀਪਲਸ ਪਾਰਟੀ ਦੇ ਰਹਿਮਾਨਾਂ ਵੀ ਐਲਾਨ ਕੀਤਾ ਸੀਗਾ ਕਿ ਅਸੀਂ ਜਿਹੜਾ ਹੈ ਹੁਣ ਕਾਨੂੰਨ ਸਾਜ਼ੀ ਦੇ ਵਿੱਚ ਹਕੂਮਤ ਦੇ ਨਾਲ ਤਾਵਨ ਨਹੀਂ ਕਰਾਂਗੇ। ਜਿਹੜਾ 2 ਦਿਨ ਪਹਿਲੇ ਇੱਕ ਆਰਮੀ ਐਕਟ ਤਬਦੀਲੀ ਦਾ ਹੋਇਆ, ਉੱਤੇ ਵੋਟ ਕੀਤਾ ਪੀਪਲਸ ਪਾਰਟੀ ਨੇ ਔਰ ਇਹ ਕਹਿ ਕੇ ਕਿ ਅਸੀਂ ਮਹਿਦੂਦ ਪੈਮਾਨੇ ਤੇ, ਕਿਉਂਕਿ ਇਹ ਕੌਮੀ ਸਲਾਮਤੀ ਦਾ ਮਾਮਲਾ ਲਿਹਾਜ਼ਾ ਅਸੀਂ ਕਰ ਰਹੇ ਹਾਂ, ਲੇਕਿਨ ਜਿਹੜਾ ਬਾਕੀ ਹਕੂਮਤੀ ਬਿਜ਼ਨਸ ਹੈ ਉਹਦੇ ਵਿੱਚ ਅਸੀਂ ਕਾਨੂੰਨ ਸਾਜ਼ੀ ਹਕੂਮਤ ਦੀ ਮਾਮਲਤ ਨਹੀਂ ਕਰਾਂਗੇ। ਕਿਆ ਪੀਪਲਸ ਪਾਰਟੀ ਅੱਜ ਵੀ ਆਪਣੇ ਸਟੈਂਸ ਤੇ ਕਾਇਮ ਹੈ? ਬਿਲਕੁਲ ਆਪਣੇ ਸਟੈਂਸ ਤੇ ਕਾਇਮ ਹੈ। ਵੇਖੋ ਜਦੋਂ ਬੰਦਾ ਪਾਰਲੀਮੈਂਟ ਦਾ ਹਿੱਸਾ ਬਣਦਾ ਹੈ ਨਾ ਜੀ, ਉਹਦੇ ਮਕਸਦ ਚੇਂਜ ਹੋ ਜਾਂਦੇ ਨੇ। ਇੱਕ ਤੇ ਹੋਗੀ ਅਵਾਮੀ ਸਿਆਸਤ, ਪੋਲਿਟਿਕਸ, ਆਈਡੀਓਲੋਜੀ, ਇਲੈਕਸ਼ਨ, ਉਹ ਸੈਪਰੇਟ ਗੱਲ ਹੈ। ਜਦੋਂ ਪਾਰਲੀਮੈਂਟ ਵਿੱਚ ਬਹਿ ਜਾਂਦਾ ਤੁਹਾਡਾ ਕੰਮ ਹੈ ਲੈਜਿਸਲੇਸ਼ਨ ਕਰਨਾ, ਫਿਰ ਮੈਟਰ ਆਫ ਜਿਹੜੇ ਅਵਾਮ ਦੇ ਰਿਲੇਟਡ ਜਾਂ ਪਬਲਿਕ ਐਟ ਲਾਰਜ ਨੂੰ ਇਫੈਕਟ ਕਰਦੇ ਹੋਣ ਜਾਂ ਸਿਕਿਉਰਿਟੀ ਨੂੰ ਰਿਲੇਟਡ ਜਿਹੜੀ ਲੈਜਿਸਲੇਸ਼ਨ ਹੁੰਦੀ ਹੈ, ਉਹਦੇ ਵਿੱਚ ਤੁਸੀਂ ਬਹਿ ਕੇ ਬਿਹਤਰ ਫੈਸਲੇ ਕਰਨੇ ਪੈਂਦੇ ਨੇ ਕੌਮ ਤੇ ਮੁਲਕ ਨੂੰ ਵੇਖ ਕੇ। ਜਿਹੜੀ ਗੱਲ ਆ ਗਈ ਹਕੂਮਤੀ ਬਿਜ਼ਨਸ ਦੀ ਤੇ ਸਾਰੀ, ਮੈਂ ਇਹਦੇ ਵਿੱਚ ਇੱਕ ਗੱਲ ਬੜੀ ਕਰ ਰਿਹਾ ਕਿ ਅਗਰ ਮੈਟਰ ਆਫ ਬਿਜ਼ਨਸ ਰੋਕਣਾ, ਉਹਦੇ ਚ ਆਪੋਜੀਸ਼ਨ ਨੂੰ ਇਕੱਠਾ ਹੋਣਾ ਪਵੇਗਾ। ਵੇਖੋ ਇਸ ਤਰ੍ਹਾਂ ਦੀ ਮਿਸਾਲ ਦੁਨੀਆ 'ਚ ਕहीं ਨਹੀਂ ਸਾਨੂੰ ਮਿਲਦੀ, ਜਿਸ ਤਰ੍ਹਾਂ ਪੀਟੀਆਈ ਨੇ ਕੀਤੀ ਕਿ ਆਪੋਜੀਸ਼ਨ ਬੈਂਚ ਵਿੱਚ ਤੇ ਪਾਰਲੀਮਾਨ ਦੀ ਕਮੇਟੀ ਵਿੱਚ ਬਾਈਕਾਟ ਕਰਕੇ ਚਲੇ ਗਏ। ਅੱਜ ਅਗਰ ਉਹ ਪੀਪਲਸ ਪਾਰਟੀ ਨਾਲ ਹੋਵੇ, ਅਸੀਂ ਆਪਣਾ ਮੌਕਫ ਮੋਰ ਜ਼ਿਆਦਾ ਤਾਕਤਵਰ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ। ਮੈਂ ਤੁਹਾਨੂੰ 2-3 ਮਿਸਾਲਾਂ ਦੇਣਾ। ਵੇਖੋ ਗੈਸ ਦੇ ਉੱਤੇ ਸਾਡਾ ਸਬਚਾਰਜ ਲੱਗ ਗਿਆ, ਠੀਕ ਹੈ, ਪੈਟਰੋਲੀਅਮ ਲੇਵੀ ਬਹੁਤ ਵੱਡਾ ਕੰਸਰਨ ਬਣਿਆ, ਉਸ ਤੋਂ ਬਾਅਦ ਬਿਜਲੀ ਦੇ ਬਿੱਲ ਵੀ ਬਣੇ ਨੇ। ਹੁਣ ਇਹਨਾਂ ਦੇ ਉੱਤੇ ਕਮੇਟੀਜ਼ ਵਿੱਚ ਡਿਸਕਸ਼ਨ ਹੁੰਦੀ ਹੈ, ਲੇਕਿਨ ਕਿਉਂਕਿ ਉੱਥੇ ਆਪੋਜੀਸ਼ਨ ਦੀ ਜਮਾਤ ਵਿੱਚ ਸਿਰਫ ਪੀਪਲਸ ਪਾਰਟੀ ਰਿਪਰੈਜ਼ੈਂਟ ਕਰ ਰਹੀ ਹੁੰਦੀ ਹੈ, ਪੀਟੀਆਈ ਉੱਥੇ ਬਾਈਕਾਟ ਕਰਕੇ ਗਈ ਹੈ, ਤੁਹਾਡੀ ਗੱਲ ਵਿੱਚ ਵਜ਼ਨ ਜਾਂ ਤੁਸੀਂ ਉਸ ਤਰ੍ਹਾਂ ਹਕੂਮਤ ਨੂੰ ਪ੍ਰੈਸ਼ਰ ਨਹੀਂ ਪਾ ਸਕਦੇ। ਮਜ਼ੀਦ ਪੀਪਲਸ ਪਾਰਟੀ ਨੇ ਜਿਹੜੇ ਫੈਸਲੇ ਜਿਸ ਪਾਰਲੀਮਾਨੀ ਕਮੇਟੀ 'ਚ ਉਹਨਾਂ ਨੂੰ ਸਪੋਰਟ ਕੀਤਾ, ਉਹ ਉਹਨਾਂ ਮਾਮਲਾਤ ਦੇ ਉੱਤੇ ਕੀਤਾ ਜਿਹਦੇ ਵਿੱਚ ਇੱਕ ਲਾਰਜਰ ਇਫੈਕਟ ਜਾਂ ਸਟੇਬਲਾਈਜੇਸ਼ਨ ਆਫ ਇਕਨੋਮੀ ਅਚੀਵ ਹੋ ਰਹੀ ਸੀ। ਲੇਕਿਨ ਅਨਫੋਰਚੂਨੇਟਲੀ ਇਹਦਾ ਗਲਤ ਉਠਾ ਲਿਆ ਗਿਆ। ਬਹੁਤ ਸਾਰੀ ਲੈਜਿਸਲੇਸ਼ਨ ਐਸੀ ਲੈ ਕੇ ਆ ਰਹੇ ਨੇ ਜਿਹਦੇ ਤੋਂ ਸਾਡੀ ਰਿਜ਼ਰਵੇਸ਼ਨਸ ਨੇ, ਅਸੀਂ ਰੋਜ਼ ਉਹ ਰਿਜ਼ਰਵੇਸ਼ਨਸ ਜਾ ਕੇ ਅਸੈਂਬਲੀ 'ਚ ਵੀ ਉਠਾ ਰਹੇ ਹਾਂ, ਸਾਡੇ ਐਮਐਨਏਸ ਵੀ ਇਹ ਗੱਲ ਕਰ ਰਹੇ ਨੇ, ਸੈਨੇਟਰਸ ਵੀ ਇਹ ਗੱਲ ਕਰ ਰਹੇ ਨੇ, ਲੇਕਿਨ ਉਹਦੇ ਉੱਤੇ ਕੋਈ ਪੇਸ਼ਰਫ ਨਾ, ਜਦੋਂ ਪੇਸ਼ਰਫ ਨਾ ਹੋਏ, ਤੁਹਾਡੀ ਗੱਲ ਦੀ ਸੁਣਵਾਈ ਨਾ ਹੋਵੇ, ਫਿਰ ਬਿਹਤਰ ਹੀ ਹੁੰਦਾ ਬੰਦਾ ਥੋੜਾ ਜਿਹਾ ਕਿਨਾਰਾ ਕਰ ਲਏ ਤਾਂ ਬਿਹਤਰ ਹੋ ਜਾਏਗਾ। ਸਹੀ ਹੈ। ਅੱਛਾ ਖਾਲਿਦ ਕਯੂਮ ਸਾਹਿਬ, ਕਾਨੂੰਨ ਸਾਜ਼ੀ ਵਾਲਾ ਜਿਹੜਾ ਮਾਮਲਾ ਜਿਹੜਾ ਹੈ ਪੀਪਲਸ ਪਾਰਟੀ ਨੇ ਚੁੱਕਿਆ ਹੈ ਕਿ ਅਸੀਂ ਹਕੂਮਤ ਦਾ ਸਾਥ ਨਹੀਂ ਦਿਆਂਗੇ, ਹੁਣ ਹਕੂਮਤ ਜੋ ਮਰਜ਼ੀ ਕਹੀ ਜਾਵੇ, ਲੇਕਿਨ ਨੰਬਰ ਗੇਮ ਜਿਹੜੀ ਹੈ ਕੌਮੀ ਅਸੈਂਬਲੀ ਦੀ, ਤੁਸੀਂ ਜ਼ਿਆਦਾ ਬਿਹਤਰ ਤਰੀਕੇ ਨਾਲ ਉਹਨੂੰ ਦੱਸ ਸਕਦੇ ਹੋ ਸਾਡੇ ਵੇਖਣ ਵਾਲਿਆਂ ਨੂੰ ਨੰਬਰ ਗੇਮਸ ਕੀ ਨੇ, ਲੇਕਿਨ ਪੀਪਲਸ ਪਾਰਟੀ ਦੇ ਬਗੈਰ ਜਿਹੜਾ ਹੈ ਹਕੂਮਤ ਕਾਨੂੰਨ ਸਾਜ਼ੀ ਤਾਂ ਨਹੀਂ ਕਰ ਸਕਦੀ। ਅੱਛਾ, ਇਹ ਬਿਲਕੁਲ ਦਰੁਸਤ ਹੈ ਕਿ ਜਿਹੜੀ ਕੌਮੀ ਅਸੈਂਬਲੀ ਦੇ ਅੰਦਰ ਜਿਹੜੀਆਂ ਪੀਟੀਆਈ ਦੀਆਂ ਖਵਾਤੀਨ ਦੀਆਂ ਨਸ਼ਿਸਤਾਂ ਜਿਹੜੀਆਂ ਨੇ ਉਹ ਮੁਸਲਿਮ ਲੀਗ ਨੂਨ ਕੋ ਆਈਆਂ ਸਨ, ਜ਼ਿਆਦਾ ਉਹਨਾਂ ਕੋਲ ਹੀ ਆਈਆਂ ਸਨ। ਉਹਦੇ ਨਤੀਜੇ 'ਚ ਉਹਨਾਂ ਦੀ ਸਟਰੈਂਥ ਜਿਹੜੀ ਹੈ ਉਹਦੇ 'ਚ ਇੱਕ ਬੜਾ ਵੱਡਾ ਇਜ਼ਾਫਾ ਜਿਹੜਾ ਹੋ ਚੁੱਕਾ ਹੈ। ਲੇਕਿਨ ਇਸ ਦੇ ਬਾਵਜੂਦ ਅਕੇਲੇ ਜਿਹੜਾ ਮੁਸਲਿਮ ਲੀਗ ਨੂਨ ਜਿਹੜਾ ਕੌਮੀ ਅਸੈਂਬਲੀ 'ਚ ਆਈਏ ਕਾਨੂੰਨ ਸਾਜ਼ੀ
ਉਸ ਤਰ੍ਹਾਂ ਕਰਨ ਦੀ ਪੋਜੀਸ਼ਨ 'ਚ ਨਹੀਂ, ਜਾਂ ਤੇ ਉਹਨਾਂ ਨੂੰ ਫਿਰ ਇਹਦੇ ਵਾਸਤੇ ਮੌਲਾਨਾ ਫਜ਼ਲੁਰ ਰਹਿਮਾਨ ਦੀ ਜਮਾਤ ਜਿਹੜੀ ਹੈ ਉਹਨਾਂ ਨੂੰ ਜਿਹੜਾ ਉਹ ਵਿੱਚ ਨਾਲ ਮਿਲਾਉਣਾ ਪਏਗਾ। ਕੌਮੀ ਅਸੈਂਬਲੀ ਦੀ ਮੈਂ ਗੱਲ ਕਰ ਰਿਹਾ, ਤੇ ਸੈਨੇਟ ਦੇ ਅੰਦਰ ਦੇ ਜਿਹੜਾ ਉਹ ਪੀਪਲਸ ਪਾਰਟੀ ਤੋਂ ਬਗੈਰ ਇਹ ਤੈਅਸ਼ੁਦਾ ਹੈ ਕਿ ਕੋਈ ਜਿਹੜਾ ਬਿੱਲ ਹੈ ਉਹ ਪਾਸ ਨਹੀਂ ਹੋ ਸਕਦਾ, ਕਿਉਂਕਿ ਸੈਨੇਟ ਦੇ ਵਿੱਚ ਜਿਹੜਾ ਉਹ ਅਗਰ ਪੀਪਲਸ ਪਾਰਟੀ ਮੁਖਾਲਫਤ ਕਰਦੀ ਹੈ ਤੇ ਆਪੋਜੀਸ਼ਨ ਜਮਾਤਾਂ ਜਿਹੜੀਆਂ ਨੇ ਉਹ ਤੇ ਪਹਿਲੇ ਮੁਖਾਲਫ ਨੇ, ਤੇ ਉੱਥੇ ਫਿਰ ਕੋਈ ਕਾਨੂੰਨ ਸਾਜ਼ੀ ਨਹੀਂ ਹੋ ਸਕਦੀ। ਔਰ ਇਹਦਾ ਅਦਰਾਕ ਜਿਹੜਾ ਮੁਸਲਿਮ ਲੀਗ ਨੂਨ ਦੀ ਜਿਹੜੀ ਸੀਰੀਅਸ ਲੀਡਰਸ਼ਿਪ ਹੈ ਉਹਨੂੰ ਇਸ ਸੂਰਤ ਹਾਲ ਦਾ ਅਦਰਾਕ ਹੈ। ਲੇਕਿਨ ਇਹ ਵੀ ਤੈਅ ਹੈ ਕਿ ਜਿਸ ਤਰ੍ਹਾਂ ਪੀਪਲਸ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਇੱਕ ਦਿਨ ਪਹਿਲੇ ਪਾਰਲੀਮੈਂਟ ਹਾਊਸ ਆਪਣੀ ਮੀਡੀਆ ਨਾਲ ਗੁਫ਼ਤਗੂ 'ਚ ਕਿਹਾ ਕਿ ਅਸੀਂ ਜਿਹੜਾ ਹਕੂਮਤੀ ਬਿਜ਼ਨਸ ਹੈ ਉਹਦੇ 'ਚ ਕੋਆਪਰੇਟ ਨਹੀਂ ਕਰਾਂਗੇ, ਲੇਕਿਨ ਕੌਮੀ ਮਫਾਦ 'ਚ ਅਗਰ ਕੋਈ ਬਿੱਲ ਆਉਂਦਾ ਹੈ ਤੇ ਉਹਨੂੰ ਅਸੀਂ ਸਪੋਰਟ ਕਰਾਂਗੇ। ਜਿਸ ਤਰ੍ਹਾਂ ਕਿ ਆਰਮੀ ਐਕਟ ਦਾ ਆਇਆ ਹੈ ਸਭ ਨੇ ਔਰ ਉਹਦੇ ਤੁਸੀਂ ਦੇਖਿਆ ਕਿ ਪੀਪਲਸ ਪਾਰਟੀ ਨੇ ਉਹਨਾਂ ਦੀ ਜਿਹੜੀ ਹੈ ਉਹਨਾਂ ਬਿੱਲਾਂ ਦੀ ਹਮਾਇਤ ਕੀਤੀ। ਮੈਂ ਸਮਝਦਾ ਕਿ ਹੁਣ ਤੱਕ ਦੇ ਜਿਹੜੇ ਪੀਪਲਸ ਪਾਰਟੀ ਦੇ ਜਿਹੜੇ ਸਿਆਸੀ ਇਸ਼ਾਰੇ ਜਿਹੜੇ ਮਿਲਦੇ ਨਜ਼ਰ ਆ ਰਹੇ ਨੇ ਮੁਸਤਕਬਲ ਦੇ ਹਵਾਲੇ ਨਾਲ, ਉਹਦੇ 'ਚ ਸ਼ਾਇਦ ਜਿਹੜਾ ਨੂਨ ਲੀਗ ਉਹਦੇ ਨਾਲ ਤੇ ਉਹਨਾਂ ਦਾ ਤਣਾਅ ਜਿਹੜਾ ਉਹ ਵੱਧ ਸਕਦਾ ਹੈ ਜਾਂ ਬਰਕਰਾਰ ਰਹਿ ਸਕਦਾ ਹੈ ਜਾਂ ख़त्म ਹੋ ਸਕਦਾ ਹੈ। ਲੇਕਿਨ ਐਸਟੈਬਲਿਸ਼ਮੈਂਟ ਦੇ ਨਾਲ ਜਿਹੜਾ ਫਿਲਹਾਲ ਪੀਪਲਸ ਪਾਰਟੀ ਦੀ ਲੀਡਰਸ਼ਿਪ ਔਰ ख़ास तौर ਤੇ ਸਦਰ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਕੋਈ ਉਹਨਾਂ ਦੇ ਦਰਮਿਆਨ ਜਿਹੜਾ ਉਹ ਤਣਾਅ ਉਹਨਾਂ ਦੇ ਨਾਲ ਪੈਦਾ ਨਹੀਂ ਕਰਨਾ ਚਾਹੁੰਦੇ। ਔਰ ਇੱਕ ਹੋਰ ਬੜੀ ਵੱਡੀ ਵਜ੍ਹਾ ਵੀ ਇਹਦੀ ਹੈ ਕਿ ਇਸ ਵੇਲੇ ਜਿਹੜਾ ਆਪਣਾ ਜਿਹੜੇ ਸਾਡੇ ਵਜ਼ੀਰ ਦਾਖਲਾ ਨੇ ਸੈਯਦ ਮੋਹਸਨ ਰਜ਼ਾ ਨਕਵੀ, ਮੈਂ ਸਮਝਦਾ ਕਿ ਉਹਨਾਂ ਦਾ ਵੀ ਇੱਕ ਬੜਾ ਵੱਡਾ ਰੋਲ ਜੇ ਜਿਹੜਾ ਉਹਨਾਂ ਦਾ ਪਾਰਲੀਮੈਂਟ 'ਚ ਹੋਣਾ, ख़ास तौर ਤੇ ਸੈਨੇਟ 'ਚ ਹੋਣਾ ਜਾਂ ਵਜ਼ੀਰ ਦਾਖਲਾ ਹੋਣਾ, ਜਾਂ ਇਸ ਸਿਸਟਮ ਦੇ ਵਿੱਚ ਜਿਹੜਾ ਉਹਨਾਂ ਦਾ ਰੋਲ ਹੈ, ਉਸ ਰੋਲ ਦੇ ਨਤੀਜੇ ਦੇ ਵਿੱਚ ਵੀ ਜਿਹੜਾ ਉਹਨਾਂ ਦੇ ਜਿਹੜੇ ਫਰਾਇਜ਼ ਨੇ, ਜਿਹੜੀਆਂ ਉਹਨਾਂ ਦੀ ਜ਼ਿੰਮੇਦਾਰੀਆਂ ਨੇ, ਉਹ ਤੋਂ ਸਭ ਤੋਂ ਵੱਡੀ ਜ਼ਿੰਮੇਦਾਰੀ ਇਹ ਵੇ ਕਿ ਤੁਸੀਂ ਪੀਪਲ ਪਾਰਟੀ ਦੇ ਨੂਨ ਲੀਗ ਦੋਵਾਂ ਨੂੰ ਜਿਹੜਾ ਇਕੱਠਿਆਂ ਰੱਖਣ ਵਾਸਤੇ ਤੁਸੀਂ ਇੱਕ ਪੇਜ ਤੇ ਰੱਖਣਾ। ਲੇਕਿਨ ਅਗਰ ਦੇਖੋ ਕਿ ਇਸ ਵੇਲੇ ਪੀਪਲਸ ਪਾਰਟੀ ਦੀ ਕਿਆਦਤ ਨੂੰ ਸਾਰੇ ਬਿਹਤਰ ਫੈਸਲੇ ਕਰਨ ਦੇ ਇੱਕ ਇਸ ਵਾਸਤੇ ਵੀ ਮੌਕਾ ਮਿਲ ਰਿਹਾ ਹੈ ਕਿ ਪੀਪਲਸ ਪਾਰਟੀ ਨਿਜ਼ਾਮ ਦੇ ਵਿੱਚ ਬੈਠੀ, ਪੀਪਲਸ ਪਾਰਟੀ ਨੂੰ ਨਿਜ਼ਾਮ ਦੇ ਵਿੱਚ ਜਿਹੜੇ ਉਤਾਰ ਚੜਾਓ ਆ ਰਹੇ ਨੇ ਜਵਾਨ ਸਾਹਿਬ, ਉਹਦਾ ਪਤਾ ਲੱਗ ਰਿਹਾ ਹੈ। ਉਹ ਕੋਈ ਬਾਹਰ ਨਹੀਂ ਬੈਠੀ ਸਿਸਟਮ ਤੋਂ, ਔਰ ਜਿੱਥੇ ਉਹਨਾਂ ਨੂੰ ਪਤਾ ਹੈ ਉਹਨੂੰ ਪੇਜ ਦੇ ਵਿੱਚ ਕਿਸੇ ਜਗ੍ਹਾ ਤੇ ਕੋਈ ਮਸਲਾ ਆ ਰਿਹਾ ਜਾਂ ਦਾਲ 'ਚ ਕੁਛ ਕਾਲਾ ਹੈ, ਤੇ ਉਹ ਸਾਰਾ ਜਿਹੜਾ ਉਹ ਆਪੋਜੀਸ਼ਨ ਤੱਕ ਪਹੁੰਚਣ ਵਾਸਤੇ ਤਾਂ ਬੜੀ ਦੇਰ ਲੱਗੇਗੀ। ਲੇਕਿਨ ਪੀਪਲਸ ਪਾਰਟੀ ਚੋਂ ਸਿਸਟਮ ਦਾ ਹਿੱਸਾ ਹੈ ਔਰ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਲੱਗ ਰਿਹਾ, ਇਸ ਵਾਸਤੇ ਉਹਨਾਂ ਨੂੰ ਸ਼ਾਇਦ ਜਿਹੜਾ ਆਉਣ ਵਾਲੇ ਮੁਸਤਕਬਲ ਦੇ ਹਵਾਲੇ ਨਾਲ ਜਿਹੜੇ ਫੈਸਲੇ ਨੇ ਉਹਨਾਂ ਦੇ ਸਿਆਸੀ ਇਸ਼ਾਰੇ ਮਿਲ ਰਹੇ ਨੇ